तुम ही सज्जन सुहेले, राखो राखन हार दयाला, नानक करके गोले। सज्जन सच्चा पातशाह, सिर साहांद जिस पास बैठिया सूही है, सबना दा बेसाहू। सतनाम श्री वाहिगुरु साहिब जी। सोरठ महला नावा, एह जग मीत ना देखियो कोई, सगल जगत अपने सुख लाग्यो, दुख में संग ना होई। एह जग मीत ना देखियो कोई, सगल जगत अपने सुख लाग्यो, दुख में संग ना होई। रहाओ दारा मीत पूत सनबंदी, सगरे धन स्यों लागे, जब ही निर्धन देखियो नर को, संग छाड़ सब भागे। काहो कहाँ या मन बौरे को, इन स्यों ने हो लगायो, दीनानाथ सगल पै भंजन, जस ताको बिसरायो। स्वान पूछ ज्यो भयो ना सुधो, बहुत जतन मैं कीनो, नानक लाज बिरद की राखो, नाम तुहारो लीनो। स्वान पूछ ज्यो भयो ना सुधो, बहुत जतन मैं कीनो, नानक लाज बिरद की राखो, नाम तुहारो लीनो। वाहिगुरु जी का खालसा, वाहिगुरु जी की फतेह। गुरु रूप गुरु की साजी नवाजी, गुरु स्वरूप गुरु खालसा साध संगत जी। दीन दुनिया के मालक धन धन सतगुरु तेग बहादुर पातशाह महाराज संसार के जीवां नूं तारदे तारदे, जिन्हों अजकल आपां इलाहाबाद कहने आ, इत्थे पहला नाम प्रयागराज सी और हिंदुस्तान का बड़ा पुरातन तीर्थ है। संसार के जीवां की कल्याण हित सतगुरु पातशाह इत्थे गए और 6 भेखां दे महापुरख सतगुरु तेग बहादुर पातशाह महाराज के कोल अपनी जग्यासा लैके आए हैं।
ਅਸੀਂ ਧਰਮ ਗ੍ਰੰਥਾਂ ਦੇ ਵਿੱਚ ਜਗਿਆਸੂ ਲਫ਼ਜ਼ ਆਮ ਪੜ੍ਹਦੇ ਹਾਂ। ਇਹਦਾ ਅਰਥ ਹੈ ਉਹ ਮਨੁੱਖ ਜਿਹਦੇ ਮਨ ਵਿੱਚ ਗਿਆਨ ਦੀ ਪ੍ਰਾਪਤੀ ਦੀ ਆਸਾ ਹੋਵੇ। ਅੱਜ ਸਾਡੇ 'ਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਮੈਂ ਕੱਲ੍ਹ ਵੀ ਸਮਾਪਤੀ ਸਮੇਂ ਬੇਨਤੀ ਕੀਤੀ ਸੀ, ਦੂਜੇ ਕੋਲੋਂ ਗਿਆਨ ਲੈਣ ਦੀ ਬਜਾਏ ਅਸੀਂ ਉਹਦੇ ਗਿਆਨ 'ਤੇ ਕਿੰਤੂ ਪ੍ਰੰਤੀ ਕਰਦੇ ਕਿ ਨਹੀਂ ਇਹਨੂੰ ਆਉਂਦਾ ਹੀ ਕੱਖ ਨਹੀਂ। ਜਗਿਆਸੂ ਦਾ ਭਾਵ ਹੁੰਦਾ ਕਿ ਮਨ ਵਿੱਚ ਇਹ ਇੱਛਾ ਹੋਣੀ ਪਈ ਮੈਨੂੰ ਕੁਝ ਨਾ ਕੁਝ ਇਹਦੇ ਕੋਲੋਂ ਮਿਲੇ ਗਿਆਨ। ਪੁਰਾਤਨ ਗ੍ਰੰਥਾਂ ਦੇ ਮੁਤਾਬਕ ਇਹਨਾਂ 6 ਭੇਖਾਂ ਦਾ ਨਾਮ ਲਿਖਿਆ ਹੈ। ਜੋਗੀ, ਜੰਗਮ, ਸਰੇਵੜੇ, ਦਰਵੇਸ਼, ਵਿਪਰ ਇਤਿਆਦਿਕ। ਇਹਨਾਂ 6 ਭੇਖਾਂ ਦੇ ਮਹਾਂਪੁਰਸ਼ਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਆਣ ਕੇ ਬੇਨਤੀ ਕੀਤੀ। ਵੱਖ-ਵੱਖ ਸ਼ੰਕੇ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਰੱਖੇ ਔਰ ਹਜ਼ੂਰ ਨੇ ਉਹਨਾਂ ਦੇ ਸ਼ੰਕਿਆਂ ਦੇ ਮੁਤਾਬਕ ਉਹਨਾਂ ਨੂੰ ਉੱਤਰ ਦਿੱਤਾ। ਕਹਿਣ ਤੋਂ ਭਾਵ ਕਿ ਜਿਹੜੇ ਸੋਠ ਰਾਗ ਵਿੱਚ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਇਹ 12 ਸ਼ਬਦ ਨੇ, ਇਹ ਹਜ਼ੂਰ ਨੇ ਪ੍ਰਾਗਰਾਜ ਅਥਵਾ ਇਲਾਹਾਬਾਦ ਉਚਾਰਨਾ ਕੀਤੇ ਹਨ। ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਜੋ ਸਾਰਾਂਸ਼ ਹੈ, ਨਿਚੋੜ ਹੈ, ਉਹ ਇਹ ਹੈ, ਪਿਆਰਿਆ ਤੇਰਾ ਦੋਸਤਾਂ ਨਾਲ ਬੜਾ ਸਨੇਹ ਹੈ, ਤੇਰਾ ਪੁੱਤਰ ਦੇ ਨਾਲ ਅਤਿਅੰਤ ਮੋਹ ਹੈ, ਤੂੰ ਆਪਣੀ ਪਤਨੀ ਤੋਂ ਬਿਨਾਂ ਇੱਕ ਪਲ ਵੀ ਪਾਸੇ ਰਹਿਣ ਨੂੰ ਤਿਆਰ ਨਹੀਂ। ਪਰ ਯਾਦ ਰੱਖ ਇਹਨਾਂ ਦੀ ਸਾਂਝ ਕੇਵਲ ਤੇ ਕੇਵਲ ਤੇਰੇ ਕੋਲ ਲੈਣ ਦੀ ਹੈ। ਜਿੰਨਾ ਚਿਰ ਕੁਝ ਦੇਗਾ ਉਹਨਾਂ ਚਿਰ ਤੇਰੇ ਨੇ, ਜਦੋਂ ਦੇਣ ਤੋਂ ਹਟ ਗਿਆ ਤੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਇਹਨੂੰ ਆਪਾਂ ਕਹਿ ਸਕਦੇ ਨਿਚੋੜ ਸਾਰੇ ਹੁਕਮਨਾਮੇ ਦਾ। ਜਿਵੇਂ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਕੇ ਸਾਨੂੰ ਸਮਝਾਉਣਗੇ, ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਮੈਂ ਕਿਤੇ ਭੁੱਲ ਨਾ ਜਾਵਾਂ, ਕਿਉਂਕਿ ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਬੇਨਤੀ ਹੈ ਮਹਾਰਾਜ, ਕਦੇ ਮੱਖਣ ਸ਼ਾਹ ਲਵਾਣੇ ਨੇ ਡੁੱਬਦੇ ਜਹਾਜ਼ ਨੂੰ ਵੇਖ ਕੇ ਤੇਰੇ ਅੱਗੇ ਅਰਦਾਸ ਕੀਤੀ ਸੀ, ਤੂੰ ਮੋਢਾ ਲਾ ਕਰਕੇ ਬੰਨੇ ਲਾਇਆ। ਨਾਲ ਹੀ ਮੈਂ ਮੱਖਣ ਸ਼ਾਹ ਤੋਂ ਸਦਕੇ ਜਾਣਾ ਮੱਖਣਾ, ਤੂੰ ਨਕਲੀ ਗੁਰੂਆਂ ਦੇ ਭੇਖ ਨੂੰ ਵੇਖ ਕੇ ਭਰਮਿਆ ਨਹੀਂ। ਅੱਜ ਆਪਾਂ ਭਰਮੇ ਹਾਂ। ਮੈਂ ਆਮ ਤਕਰੀਬਨ ਬੇਨਤੀ ਕਰਦਾ ਰਹਿੰਦਾ, ਗਿਆਨੀ ਜੀ ਉਂਝ ਤਾਂ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦੇ, ਪਰ ਫਲਾਣੇ ਬਾਬਿਆਂ ਕੋਲ ਨਾਮ ਲੈਣ ਗਏ ਸਾਂ। ਜੇ ਮੰਨਦਾ ਹੋਨੋ ਨਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਕਿਸੇ ਵਿਅਕਤੀ ਦੇ ਕੋਲ ਨਾ ਜਾਣੋ। ਇਹਦਾ ਭਾਵ ਹੈ ਵੀ ਤੇਰਾ ਬੇੜਾ ਡੋਲਦਾ ਤੇ ਮਿੱਤਰਾ ਤੂੰ ਆਪਣਾ ਤੇਰੇ ਨਾਲ ਹਮਦਰਦੀ ਹੈ। ਅਸੀਂ ਇਸ ਗੱਲ ਤੋਂ ਡਰਦੇ ਵੀ ਕਿਤੇ ਡੋਲ ਦੇ ਬੇੜੇ 'ਚ ਪਾਣੀ ਪੈ ਕੇ ਡੁੱਬ ਨਾ ਜਾਏ। ਮੱਖਣ ਸ਼ਾਹ ਆਇਆ, ਵੱਖ-ਵੱਖ ਨਕਲੀ ਗੁਰੂਆਂ ਨੂੰ ਆਣ ਕੇ 2-2 ਮੋਹਰਾਂ ਦਿੱਤੀਆਂ, ਪ੍ਰਸੰਨ ਹੋ ਗਏ, ਮਨ ਭਤੀਜਿਆ ਨਹੀਂ। ਪੁੱਛਿਆ, ਭੋਰੇ ਵਿੱਚ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸੁਭਾਏਮਾਨ ਨੇ ਗੁਰੂ ਕੇ ਚਰਨਾਂ 'ਤੇ ਜਾ ਕੇ ਸਿਰ ਝੁਕਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੱਖਣਾ ਤੇਰੇ ਜਹਾਜ਼ ਦੇ ਕਿੱਲਾਂ ਦਾ ਨਿਸ਼ਾਨ ਅਜੇ ਵੀ ਮੇਰੇ ਮੋਢੇ ਉੱਪਰ ਹੈ। ਇਸੇ ਕਰਕੇ ਸਾਡੇ ਕਲਗੀਧਰ ਬਾਪੂ ਨੇ ਸਾਨੂੰ ਪ੍ਰੇਰਨਾ ਦਿੱਤੀ, ਗੁਰੂ ਕੇ ਸਿੱਖਾ ਤੈਨੂੰ ਪੈਸਿਆਂ ਦੀ ਭੱਜ ਦੌੜ ਲੱਗੀ ਹੈ ਨਾ, ਕਿਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜ, ਤੈਨੂੰ ਕਸਰ ਰਹੇਗੀ ਕੋਈ ਨਹੀਂ। ਆਪ ਅਰਦਾਸ ਕਰਦੇ ਸੁਣਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਕਿਹੜੀ ਜਗ੍ਹਾ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਹਾਇਤਾ ਨਹੀਂ ਕਰਦੇ, ਪਰ ਆਪਾਂ ਹੱਥ ਜੋੜ ਕੇ ਮੱਖਣ ਸ਼ਾਹ ਬਾਪੂ ਅਰਦਾਸ ਨਹੀਂ ਕਰਦੇ।
ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ। ਪਾਤਸ਼ਾਹ ਮੱਖਣ ਸ਼ਾਹ ਵੀਰ ਸੀ, ਉਹਦਾ ਬੇੜਾ ਸੀ, ਸਾਡੇ ਕੋਲ ਬੇੜਾ ਵੀ ਨਹੀਂ। ਅਸੀਂ ਤੇਰੇ ਚਰਨਾਂ 'ਚ ਅਰਦਾਸ ਕਰਦੇ ਹਾਂ, ਸਾਨੂੰ ਆਪਣੇ ਚਰਨਾਂ ਦਾ ਆਸਰਾ ਦੇ ਕੇ ਅਸੀਂ ਜਿੰਨੀ ਵੀ ਸੰਗਤ ਜਿੱਥੇ ਮਾਈ ਪਈ ਸੁਣਦੇ ਨੇ, ਸਾਡੇ 'ਤੇ ਕਿਰਪਾ ਕਰੀ। ਆਪਣੇ ਰਹਿਮਤ ਦੇ ਚਰਨ ਪਕੜਾ ਕੇ ਸਾਨੂੰ ਸੰਸਾਰ ਸਾਗਰ ਤੋਂ ਬੰਨੇ ਕਰਦੀ। ਇਹ ਮੇਰੀ ਦੁਆ ਹੈ, ਇਹ ਮੇਰੀ ਅਰਦਾਸ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਅੱਗੇ ਹਜ਼ੂਰ ਜਿਵੇਂ ਰਹਿਮਤ ਕਰਦੇ ਨੇ, ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਇਹ ਜਗ ਮੀਤ ਨਾ ਦੇਖਿਓ ਕੋਈ। ਜਿਹੜਾ ਇਹ ਜਗ ਸ਼ਬਦ ਹੈ ਨਾ, ਇਹ ਦੋ ਸਿਧਾਂਤਾਂ ਦਾ ਸੁਮੇਲ ਹੈ। ਜੱਜਾ ਜਨਮ, ਗੱਗਾ ਗਤ। ਜੱਜਾ ਜਨਮ ਤੋਂ ਭਾਵ ਆਪਾਂ ਸਾਰੇ ਸਮਝਦੇ ਹਾਂ, ਤੇ ਗਤ ਤੋਂ ਭਾਵ ਮੌਤ। ਆਪਾਂ ਸੰਸਾਰੀ ਜੀਵ ਹਾਂ। ਕਿਸੇ ਥਾਂ ਤੇ ਮਕਾਨਾਂ ਦਾ ਜ਼ੋਰ ਤੇ ਕਿਤੇ ਵਧਾਈਆਂ ਦਾ ਚੱਕਰ ਹੈ। ਕਿਤੇ ਜੋੜ ਮਕਾਨਾਂ ਦਾ ਤੇ ਕਿਤੇ ਵਧਾਈਆਂ। ਇਸ ਕਾਰਨ ਕਰਕੇ ਇਹਨੂੰ ਜੱਗ ਆਖਿਆ ਹੈ। ਮੇਰੇ ਪਾਤਸ਼ਾਹ ਕਹਿੰਦੇ, ਪਿਆਰਾ, ਇਸ ਜੰਮਣ ਤੇ ਮਰਨ ਵਾਲੇ ਸੰਸਾਰ ਵਿੱਚ ਕੋਈ ਵੀ ਕਿਸੇ ਦਾ ਮਿੱਤਰ ਨਹੀਂ। ਸਗਲ ਜਗਤ ਆਪਣਾ ਸੁਖ ਲਾਗਿਓ। ਇਹ ਜਿੰਨੇ ਵੀ ਸੰਸਾਰ ਦੇ ਜੀਵ ਨੇ, ਆਪਣੇ ਸੁੱਖਾਂ ਦੇ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਆਪਾਂ ਸਾਰੇ ਜਣੇ ਝਾਤੀ ਮਾਰੀਏ, ਜਿਹਦੇ ਕੋਲ ਸਾਨੂੰ ਕੋਈ ਝਾਕ, ਆਪਾਂ ਕਹਿੰਦੇ ਉਹਨੂੰ ਮਿਲ ਚਲੀਏ। ਤੇ ਜਿਹਦੇ ਕੋਲ ਸਾਨੂੰ ਮਿਲਣ ਦੀ ਝਾਕ ਨਹੀਂ, ਤੇ ਆਪਾਂ ਕਹਿੰਦੇ ਉਹਦੇ ਕੋਲ ਕੀ ਲੈਣਾ ਹੈ। ਲੈਣਾ ਪਹਿਲਾਂ ਤੇ ਮਿਲਣਾ ਬਾਅਦ ਵਿੱਚ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਸਾਰੇ ਦੇ ਸਾਰੇ ਜਿਹੜੇ ਨੇ ਨਾ, ਇਹ ਲੈਣ ਤੱਕ, ਇਹ ਸੁੱਖਾਂ ਤੱਕ ਸੀਮਤ ਹਨ। ਦੁੱਖ ਮੈਂ ਸੰਗ ਨਾ ਹੋਈ। ਪਰ ਦੁੱਖ ਦਾ ਮੌਕਾ ਆਇਆ, ਕਿਸੇ ਨੇ ਤੇਰੀ ਸੰਗਤ ਨਹੀਂ ਕਰਨੀ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਅੱਗੇ ਅਨੈਲਿਸਿਸ ਕਰਨਗੇ। ਰਹਾਓ ਦਾਰਾ ਮੀਤ ਪੂਤ ਸੰਬੰਧੀ। ਗੁਰਮੁਖੋ ਅਸੀਂ ਆਮ ਕਰਕੇ ਜਿਹੜਾ ਰਹਾਓ ਹੈ ਨਾ, ਇਹਨੂੰ ਗੌਲਦੇ ਨਹੀਂ। ਅਸੀਂ ਕਥਾ ਕਰਨ ਵਾਲੇ ਵੀ ਜਦੋਂ ਰਾਗ ਸਾਡੇ ਨਾਲ ਦਾ ਸਾਥੀ ਰਹਾਓ ਪੜ੍ਹਦਾ ਨਾ, ਤੇ ਅਸੀਂ ਇੱਕੋ ਗੱਲ ਕਹਿ ਕਹਿੰਦੇ ਹਾਂ ਜੀ, ਵਿਸਰਾਮ ਦੇ ਕਹਿੰਦੇ ਨੇ। ਇਹ ਸਾਡਾ ਸੁਭਾਅ ਜਿਹਾ ਚੱਲਦਾ ਹੈ। ਪਰ ਕਿਤੇ ਚਿੱਥਿਆ ਕਰੋ, ਵਿਚਾਰਿਆ ਕਰੋ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀਆਂ 24 ਅਸ਼ਟਪਦੀਆਂ ਨੇ, 24 ਸ਼ਲੋਕ ਨੇ। ਅਸ਼ਟਪਦੀ ਵਿੱਚ 8-8 ਪੌੜੀਆਂ ਨੇ। ਇੱਕ ਪੌੜੀ ਦੀਆਂ 10-10 ਪੰਕਤੀਆਂ ਨੇ। ਲੇਕਰ ਆਓ ਇੱਕ ਹੈ। ਕਿੱਥੇ ਮੇਰੇ ਪਾਤਸ਼ਾਹ ਕਹਿੰਦੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਸਰਾਮ। ਜੇ ਤੂੰ ਸੁੱਖ ਦੀ ਭਾਵਨਾ ਰੱਖਦਾ ਤੇ ਗੁਰਮੁਖਾ, ਸੁੱਖ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਵਿੱਚ ਹੈ। ਸਿੱਧ ਗੋਸ਼ ਦੀ ਬਾਣੀ ਆਪਾਂ ਬਹੁਤ ਘੱਟ ਪੜ੍ਹਦੇ ਹਾਂ, ਤੇ ਪੜ੍ਹਨੀ ਚਾਹੀਦੀ, ਕਿਉਂਕਿ ਇਹਦੇ ਵਿੱਚ ਪਹਿਲਾਂ ਸਵਾਲ ਨੇ ਤੇ ਮੁੜ ਕੇ ਉੱਤਰ ਨੇ। ਸਿੱਧ ਗੋਸ਼ ਦੀ ਬਾਣੀ ਦੀਆਂ 73 ਪੌੜੀਆਂ ਹਨ, ਔਰ 938 ਤੋਂ ਲੈ ਕਰਕੇ ਸ਼ਾਇਦ 46 ਤੱਕ। ਹਜ਼ੂਰ ਕਹਿੰਦੇ, ਕਿਆ ਭਵੀਏ ਸੱਚ ਸੂਚਾ ਹੋਏ, ਕੀ ਭੁਨਾ ਹੈ, ਸੱਚ ਸੁੱਚਾ ਹੈ। ਕਿਆ ਭਵੀਏ ਸੱਚ ਸੂਚਾ ਸੋਏ, ਇੱਕ ਸ਼ਬਦ में मुक्त न होए। गुरु ਦੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ। ਰਹਾਓ ਇਹ ਦੋ ਦ੍ਰਿਸ਼ਟਾਂਤ ਦੇਣ ਤੋਂ ਮੇਰਾ ਭਾਵ ਹੈ, ਸਾਡੀ ਸਾਰਿਆਂ ਦੀ ਭਾਵਨਾ ਕਿ ਸਾਨੂੰ ਸੁੱਖ ਮਿਲੇ। ਤੇ ਸੁਖਮਨੀ ਸਾਹਿਬ ਜੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਗੁਰਮੁਖਾ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ।
ਸਿੱਧ ਗੋਸ਼ਟ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ ਕੀ ਭੱਜਾ ਫਿਰਦਾ ਹੈ, ਇੱਕ ਸ਼ਬਦ ਨਾਲ ਜੋੜ ਤੇ ਸ਼ਬਦ ਨਾਲ ਗਿਆਨ ਦੀ ਪ੍ਰਾਪਤੀ ਕਰਕੇ ਤੈਨੂੰ ਸੁੱਖ ਮਿਲ ਜਾਏਗਾ। ਜਿੰਨਾ ਚਿਰ ਆਤਮ ਗਿਆਨ ਨਹੀਂ ਉਹਨਾਂ ਚਿਰ ਸੁੱਖ ਨਹੀਂ। ਇਸ ਕਰਕੇ ਜਦੋਂ ਰਾਓ ਪੜ੍ਹਦੇ ਹੋ ਨਾ ਉਦੋਂ ਮਨ ਵਿੱਚ ਵਿਚਾਰਿਆ ਕਰੋ ਵੀ ਜਿਹੜੀ ਮੈਂ ਪੰਕਤੀ ਪੜ੍ਹੀ ਭਲਾ ਮੇਰਾ ਇਹੋ ਜਿਹਾ ਜੀਵਨ ਬਣਿਆ ਕਿ ਨਹੀਂ ਬਣਿਆ। ਜੇ ਤਾਂ ਬਣ ਗਿਆ ਗੁਰੂ ਕਾ ਧੰਨਵਾਦ ਕਰੀਏ, ਜੇ ਨਹੀਂ ਬਣਿਆ ਤੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਏ ਵੀ ਪਾਤਸ਼ਾਹ ਮੇਰੇ ਤੇ ਕਿਰਪਾ ਕਰਕੇ ਤੇ ਮੇਰੀ ਇਹ ਅਵਸਥਾ ਬਣ ਜਾਏ। ਤੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਭਾਈ ਇਹ ਸਾਰਾ ਸੰਸਾਰ ਸੁੱਖਾਂ ਤੱਕ ਤੇਰੇ ਨਾਲ ਜੁੜਿਆ ਤੇ ਦੁੱਖ ਦੇ ਮੌਕੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਆਪਣੇ ਅੰਦਰ ਵੇਖ ਵੀ ਤੇਰੇ ਸਕੇ ਸੰਬੰਧੀਆਂ ਦੀ ਕੀ ਅਵਸਥਾ, ਉਹਨਾਂ ਦਾ ਤੇਰੇ ਨਾਲ ਕੀ ਮੇਲ ਮਿਲਾਪ ਹੈ, ਕੀ ਬਿਹੇਵ ਹੈ। ਦਾਰਾ ਮੀਤ ਪੂਤ ਸੰਬੰਧੀ, ਸਾਰਿਆਂ ਤੋਂ ਪਹਿਲਾ ਰਿਸ਼ਤਾ ਹੈ ਦਾਰਾ ਪਤਨੀ ਦਾ। ਇਹਨੂੰ ਅਰਧੰਗੀ ਵੀ ਆਪਾਂ ਕਹਿੰਦੇ ਆ, ਭਾਵ ਅੱਧਾ ਹਿੱਸਾ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ। ਜਦੋਂ ਪਤਨੀ ਆ ਗਈ ਤੇ ਆਪਾਂ ਆਪਣੀ ਮਾਂ ਨੂੰ ਕਹਿੰਦੇ ਬੇਬੀ ਤੇਰੀ ਧਰਮ ਪਤਨੀ ਨਾਲ ਮੇਰੀ ਬਣਦੀ ਨਹੀਂ ਤੇ ਰੋਟੀ ਅੱਡ ਕਰ ਲਓ। ਇਹ ਆਪਾਂ ਝਾਤੀ ਮਾਰੀਏ। ਜਿਹੜੀ ਮਾਂ ਨੇ ਗਿੱਲੇ ਬਿਸਤਰੇ ਵਿੱਚ ਸਾਡੇ ਪਿਸ਼ਾਬ ਕਰਨ ਤੇ ਸਾਨੂੰ ਚੁੱਕ ਕੇ ਦੂਜੇ ਪਾਸੇ ਕਰ ਲਿਆ ਨਾ, ਉਸ ਮਾਂ ਨੂੰ ਕਹਿੰਦੇ ਬੇਬੇ ਤੇਰੀ ਮੇਰੀ ਧਰਮ ਪਤਨੀ ਨਾਲ ਬਣਦੀ ਨਹੀਂ ਤੇ ਆਪਾਂ ਰੋਟੀ ਅੱਡ ਕਰ ਲਈਏ। ਮਾਂ ਦਾ ਗੁਰਮੁਖੋ ਪਿਆਰਿਓ ਦੁਨੀਆ 'ਚ ਕੋਈ ਬਦਲ ਨਹੀਂ। ਇਸ ਪਾਸੇ ਮੈਂ ਨਾ ਜਾਵਾਂ। ਹਰਿਊਰ ਕਹਿੰਦੇ ਨੇ ਪਹਿਲਾਂ ਇਸਤਰੀ, ਮੀਤ ਮਿੱਤਰ, ਪੂਤ ਪੁੱਤਰ, ਸੰਬੰਧੀ ਰਿਸ਼ਤੇਦਾਰ, ਇਹ ਸਾਰੇ ਦੇ ਸਾਰੇ ਜਿਹੜੇ ਨੇ ਸਗਰੇ ਧਨ ਸੋਂ ਲਾਗੇ। ਇਹ ਸਾਰੇ ਦੇ ਸਾਰੇ ਪਦਾਰਥ ਪੈਸਿਆਂ ਦੇ ਕਰਕੇ ਤੇਰੇ ਨਾਲ ਜੁੜੇ ਹੋਏ ਨੇ। ਇਸਤਰੀ ਦੇ ਸੰਬੰਧ ਵਿੱਚ ਸਾਨੂੰ ਇੱਕ ਮਹਾਂਪੁਰਸ਼ਾਂ ਨੇ ਸਾਖੀ ਪੜ੍ਹਾਈ ਸੀ, ਮੈਂ ਸੁਣਾ ਕੇ ਤੇ ਅੱਗੇ ਚੱਲਾਂ ਕਿ ਸਾਖੀਆਂ ਦਾ ਭਾਵ ਹੁੰਦਾ ਵੀ ਸੰਗਤ ਦਾ ਮਨ ਜੁੜਿਆ ਰਹੇ। ਆਪਾਂ ਨੂੰ ਸ਼ਬਦ ਕਈ ਵਾਰ ਸਮਝ ਨਹੀਂ ਪੈਂਦੇ। ਸਾਖੀ ਨਾਲ ਜਿਵੇਂ ਆਪਾਂ ਕਹਾਣੀਆਂ ਸੁਣਨ ਦੇ ਬਾਤਾਂ ਦੇ ਆਦੀ ਆ ਨਾ, ਤੇ ਮਨ ਇੱਕਦਮ ਸੁਚੇਤ ਹੋ ਜਾਂਦਾ। ਇੱਕ ਨੌਜਵਾਨ ਮਹਾਤਮਾ ਦੀ ਸੰਗਤ ਵਿੱਚ ਆਇਆ ਕਰੇ ਤੇ ਸ਼ਾਦੀ ਹੋ ਗਈ, ਆਉਣੋਂ ਹਟ ਗਿਆ। ਕੁਝ ਮਹੀਨਿਆਂ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਸੰਤ ਮਹਾਂਪੁਰਸ਼ ਬਾਹਰ ਸੈਰ ਕਰਨ ਲਈ ਗਏ, ਘੁੰਮਣ ਲਈ ਗਏ ਤੇ ਉਹ ਗੱਭਰੂ ਮਿਲ ਕੇ ਆ ਤੇ ਬਾਬਿਆਂ ਨੂੰ ਵੇਖ ਕੇ ਪਾਸੇ ਹੋ ਗਿਆ। ਵੀ ਬਾਬਿਆਂ ਨੇ ਕਹਿਣਾ ਵੀ ਆਇਆ ਕਰ। ਪਛਾਣ ਲਿਆ, ਆਵਾਜ਼ ਮਾਰੀ, ਕਹਿਣ ਲੱਗੇ ਪਿਆਰਿਆ ਗੁਰਮੁਖਾ ਗੱਭਰੂ ਆ, ਤੂੰ ਬੜਾ ਪਿਆਰ ਕਰਦਾ ਸਾਂ, ਬੜੀ ਸੇਵਾ ਕਰਦਾ ਸਾਂ ਤੇ ਹੁਣ ਆਉਣ ਵੜ ਗਿਆ। ਕਹਿਣ ਲੱਗਾ ਬਾਬਾ ਜੀ ਵਿਆਹਿਆ ਗਿਆ। ਸੰਤ ਹੱਸ ਪਏ ਤੇ ਕਹਿਣ ਲੱਗੇ ਭਲਿਆ ਵਿਆਹ ਤੋਂ ਬਿਨਾਂ ਸੰਸਾਰ ਚੱਲਦਾ ਨਹੀਂ। ਮੇਰਾ ਪਿਤਾ ਜੀ ਵਿਆਹਿਆ ਸੀ, ਸ਼ਾਦੀ ਮੈਂ ਵੀ ਕੀਤੀ ਹੈ। ਕਹਿਣ ਲੱਗਾ ਬਾਬਿਓ ਤੁਹਾਡੀ ਤੇ ਸਾਡੀ ਸ਼ਾਦੀ ਦਾ ਬੜਾ ਫਰਕ ਹੈ। ਸੰਤ ਹੱਸ ਪਏ, ਕਹਿਣ ਲੱਗਿਆ ਤਾਂ ਨਵੀਂ ਗੱਲ ਦੱਸੀ, ਫਰਕ ਕੀ ਫਰਕ ਹੈ? ਕਹਿੰਦਾ ਜੀ ਮੇਰੀ ਧਰਮ ਪਤਨੀ ਮੇਰੇ ਨਾਲ ਇੰਨਾ ਸਨੇਹ ਕਰਦੀ ਵੀ ਜੇ ਕਿਤੇ ਪਾਸੇ ਚਲਿਆ ਗਿਆ ਤੇ ਮੈਨੂੰ ਡਰ ਹੈ ਕਿਤੇ ਮਰ ਨਾ ਜਾਏ। ਸੰਤ ਹੱਸ ਪਏ, ਕਹਿਣ ਲੱਗੇ ਭਾਈ ਤੂੰ ਤਾਂ ਪਵਾੜਾ ਹੀ ਪਾ ਲਿਆ, ਪਰ ਹੈ ਤੈਨੂੰ ਭੁਲੇਖਾ। ਆਇਆ ਕਰ, ਤੈਨੂੰ ਇਹ ਸਮਝਾਉਣਾ ਵੀ ਕੋਈ ਕਿਸੇ ਨਾਲ ਮਰਦਾ ਨਹੀਂ, ਕਿਉਂਕਿ ਬਾਣੀ ਕਹਿੰਦੀ ਕੋ ਮਰੇ ਨਾ ਮੋਇਆ ਨਾਲੇ। ਕਦੇ ਮਰਿਆਂ ਦੇ ਨਾਲ ਕੋਈ ਨਹੀਂ ਜੀ ਮਰਿਆ। ਉਸ ਗੱਭਰੂ ਨੂੰ ਯੋਗਾ ਅਭਿਆਸ ਸਿਖਾ ਦਿੱਤਾ ਜਾਣ ਕੇ ਵੀ ਆਹ ਅਭਿਆਸ ਸਿੱਖ ਪ੍ਰਾਣਾਂ ਨੂੰ ਦਸਮ ਦਾਵੇ ਟਿਕਾ ਲੈਣਾ ਤੇ ਦੂਜੇ ਨੂੰ ਪ੍ਰਤੀਤ ਹੋਣਾ ਵੀ ਸ਼ਾਇਦ ਮਰ ਗਿਆ। ਉਹਨੇ ਕੁਝ ਸਮੇਂ ਦੇ ਬਾਅਦ ਇਸ ਅਭਿਆਸ ਦੇ ਵਿੱਚੋਂ ਪ੍ਰਪੱਕ ਹੋ ਗਿਆ, ਉਹਨੂੰ ਤਰੀਕਾ ਆ ਗਿਆ। ਹਜ਼ੂਰ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ ਸਮਝਾਉਣੇ ਵੀ ਕੋਈ ਕਿਸੇ ਦਾ ਸਕਾ ਨਹੀਂ ਹੋ। ਇਉਂ ਕਰੀ, ਹੈ ਤਾਂ ਤੈਨੂੰ ਖੇਚਲ ਪਰੇਸ਼ਾਨ ਹੋਣਾ ਪਏਗਾ। ਤੈਨੂੰ 8 ਪਹਿਰ ਤੋਂ ਵੱਧ ਖੇਚਲ ਨਹੀਂ। ਅੱਜ ਸ਼ਾਮ ਨੂੰ ਜਾ ਕੇ ਅੱਧੀ ਰਾਤ ਤੋਂ ਬਾਅਦ ਪ੍ਰਾਣ ਢਲਾਣੀ ਤੇ ਮੁੜ ਕੇ ਤੈਨੂੰ ਦੱਸਾਂ ਵੀ ਕੋਈ ਕਿਸੇ ਦਾ ਨਹੀਂ। ਉਹਨਾਂ ਮਹਾਂਪੁਰਸ਼ਾਂ ਦੀ ਕਹਿਣ ਤੇ ਉਹਨੇ ਉਹ ਜੁਗਤੀ ਵਰਤੀ।
ਧਰਮ ਪਤਨੀ ਉੱਠੀ ਤੇ ਉਹਨੇ ਹਿਲਾਇਆ ਵੀ ਆਣ ਤੁਸੀਂ ਮੱਝਾਂ ਨੂੰ ਚੋ, ਖੇਤ ਨੂੰ ਜਾਣਾ। ਹਿਲਾਇਆ ਤੂੰ ਆਦਮੀ ਬਿਲਕੁਲ ਨਢਾਲ। ਬੀਬੀ ਨੂੰ ਸ਼ੱਕ ਪੈ ਗਿਆ ਵੀ ਸ਼ਾਇਦ ਮਰ ਗਿਆ। ਮਨ ਵਿੱਚ ਵਿਚਾਰ ਕੀਤੀ ਵੀ ਜੇ ਮੈਂ ਮੈਣ ਪਾਉਣੀ ਆ ਤੇ ਮੈਨੂੰ ਰੋਟੀ ਪਾਣੀ ਨਹੀਂ ਖਾਧਾ ਜਾਣਾ, ਰਾਤ ਦੀ ਰੋਟੀ ਖਾਧੀ ਤੇ ਮਨਾ ਕੁਝ ਨਾ ਕੁਝ ਕਰ। ਦੁੱਧ ਪਿਆ ਸੀ, ਉਹਨੇ ਦੁੱਧ ਵਿੱਚ ਚੌਲ ਪਾ ਕੇ ਤੇ ਖੀਰ ਬਣਾ ਕੇ ਢੱਕ ਦਿੱਤੀ। 2 ਰੋਟੀਆਂ ਦਾ ਆਟਾ ਗੁੰਨਿਆ ਤੇ ਚੂਰੀ ਬਣਾਈ। ਕਹਿਣ ਲੱਗੀ ਚੂਰੀ ਤਾਂ 2 ਦਿਨ ਵੀ ਚੱਲ ਸਕਦੀ, ਪਹਿਲਾਂ ਖੀਰ ਖਾ ਲਾਂ ਕਿਤੇ ਬੇਹੀ ਨਾ ਹੋ ਜਾਏ। ਖੀਰ ਖਾ ਲਈ। ਜਿਹੜੀ ਉਹ ਚੂਰੀ ਸੀ ਉਹਨੇ ਥਾਲੀ ਡੱਬੇ 'ਚ ਪਾ ਕੇ ਤੇ ਆਲੇ 'ਚ ਰੱਖ ਦਿੱਤੀ। ਮੁੜ ਕੇ ਵੈਣ ਪਾਏ, ਆਂਢੀ ਗੁਆਂਢੀ ਆਏ, ਚਾਚੇ ਤਾਏ। ਪਿਛਲੇ ਜਿਹਨੂੰ ਆਪਾਂ ਪੁਰਾਣੀ ਬੋਲੀ ਕਹਿੰਦੇ ਸੋਫਾ, ਪਿਛਲਾ ਕਮਰਾ, ਉਹਨੂੰ ਕੱਢਣ ਲੱਗੇ ਤੇ ਉਹਨਾਂ 'ਚੋਂ ਇਹ ਗੱਭਰੂ ਕਹਿਣ ਲੱਗਾ ਵੀ ਭਾਬੀ ਭਾਊ ਦੀ ਲੱਤ ਆਕੜੀ ਹੈ ਤੇ ਚੁਗਾਠ ਅੜਦੀ ਹੈ, ਤੇ ਕੀ ਕਰੀਏ, ਲੱਤ ਵੱਢੀਏ ਕਿ ਚੁਗਾਠ? ਕਹਿੰਦੀ ਦਿਵਰਾ ਤੈਨੂੰ ਕੀ ਦੱਸਾਂ, ਤੱਤੀ ਦੇ ਕਰਮ ਮਾੜੇ। ਲੱਤ ਅੱਜ ਵੀ ਗਈ ਤੇ ਕੱਲ ਵੀ ਗਈ, ਚੁਗਾਠਾਂ ਕਿਤੇ ਰੋਜ਼ ਵੱਢਣੀਆਂ ਨੇ? ਚੁਗਾਠ ਨਾ ਵੱਢਿਆ ਜੇ, ਲੱਤ ਵੱਢ ਲਓ। ਜਦੋਂ ਲੱਤ ਦੀ ਗੱਲ ਸੁਣੀ ਤੇ ਇੱਕਦਮ ਲੱਤ ਢਿੱਲੀ ਕੀਤੀ ਤੇ ਨਵਾ ਲਿਆ ਉਹਨੂੰ। ਇਹ ਸਾਨੂੰ ਪੜ੍ਹਾਇਆ ਗਿਆ ਸਮਝਾਉਣ ਲਈ, ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਘੜਿਆ ਸੀ, ਇਹਦੇ ਕੁਛ ਸਿੱਖਿਆ ਜੇ। ਭਾਈਚਾਰਾ ਇਕੱਠਾ ਹੋਇਆ, ਫੱਟੇ ਤੇ ਪਾ ਕੇ ਲੈ ਕੇ ਚੱਲੇ। ਬੀਬੀ ਨੇ ਵੈਣ ਪਾਇਆ। ਵੈਣ ਕੰਤਾ ਸੁਰਗ ਸੁਧਾਰਿਆ, ਮੈਨੂੰ ਵੀ ਕੁਛ ਭਾਖ। ਹੇ ਸੁਰਗ ਨੂੰ ਜਾਣ ਵਾਲਿਆ ਮੇਰੇ ਪਤੀ, ਮੈਨੂੰ ਤੱਤੀ ਨੂੰ ਕੋਈ ਨਾ ਕੋਈ ਜਾਂਦਾ ਤਾਂ ਕਹਿ ਜਾਣੋ। ਉਹ ਹੁਣ ਰਾਤ ਦਾ ਭਰਿਆ ਪੀਤਾ ਸੀ, ਉਹਨੇ ਚੂਰੀ ਵੇਖੀ ਤੇ ਖੀਰ ਵੇਖੀ, ਕਹਿਣ ਲੱਗਾ ਜੈਸੇ ਪੈ ਚਖਾਈਏ ਤੈਸੇ ਚੂਰੀ ਚਾਖ। ਇਹਦਾ ਅਰਥ ਹੈ, ਕਹਿਣ ਲੱਗਾ ਭਾਗਾਂ ਵਾਲੀਏ ਮੈਂ ਤੈਨੂੰ ਕਹਿਣਾ ਕੀ ਹੈ, ਜਿਵੇਂ ਖੀਰ ਖਾਧੀ ਚੂਰੀ ਵੀ ਉਤਨਾ ਖਾ ਲਾ। ਤੇ ਫੱਟੇ ਤੋਂ ਛਾਲ ਮਾਰ ਦਿੱਤੀ। ਇਹ ਗੱਲ ਹਸਾਉਣ ਲਈ ਨਹੀਂ, ਇਹ ਸਮਝਾਉਣ ਲਈ ਤੇ ਸਾਡੇ ਸਾਰਿਆਂ ਨਾਲ ਵਰਤਦੀ ਹੈ। ਇਹ ਗੱਲ ਮੇਰੀ ਯਾਦ ਰੱਖਣੀ, ਜਿਹਦੀਆਂ ਆਂਦਰਾਂ ਨੂੰ ਸੇਕ ਲੱਗਾ ਉਹਦੇ ਤੋਂ ਵੈਣ ਨਹੀਂ ਜੇ ਪੈਂਦੇ। ਜਿਹੜੀਆਂ ਤਰਜਾਂ ਕਰਦੇ ਨਾ ਆਪਾਂ ਮੌਤ ਦੇ ਮੌਕੇ ਤੇ, ਜਿਨ੍ਹਾਂ ਦੇ ਕਾਲਜੇ ਨੂੰ ਲੱਗੀ ਉਹਨਾਂ ਤੋਂ ਵੈਣ ਨਹੀਂ ਪੈਂਦੇ, ਤੇ ਜਿਹੜੀਆਂ ਵੈਣ ਪਾਉਂਦੀਆਂ ਨੇ ਉਹਨਾਂ ਦੇ ਅੰਦਰ ਦਰਦ ਨਹੀਂ। ਇਹ ਕੇਵਲ ਤੇ ਕੇਵਲ ਇੱਕ ਵਿਖਾੜਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਸਾਰੇ ਦੇ ਸਾਰੇ ਤੇਰੇ ਕੋਲ ਧਨ ਦੀ ਪ੍ਰਾਪਤੀ ਵਾਸਤੇ ਤੇਰੇ ਨਾਲ ਜੁੜੇ ਹੋਏ ਹਨ। ਜਬ ਹੀ ਨਿਰਧਨ ਦੇਖਿਓ ਨਰ ਕੋ, ਤੇ ਜਦੋਂ ਵੀ ਵੇਖਿਆ ਵੀ ਇਹ ਮੰਦਾ ਗਰੀਬ ਹੈ, ਸੰਗ ਛਾੜ ਸਭ ਭਾਗੇ, ਉਦੋਂ ਗੁਰਮੁਖ ਪਿਆਰੋ ਸਾਥ ਛੱਡ ਕੇ ਦੌੜ ਜਾਂਦੇ ਹਨ। ਸਾਡੇ ਕਵੀ ਵੀਰ ਕਵੀਸ਼ਰ ਭਰਾ ਇੱਕ ਬੰਦ ਬੋਲਦੇ ਹੁੰਦੇ ਨੇ, ਵੇਲੇ ਸੁੱਖਾਂ ਦੀ ਦੁਨੀਆ ਢੁੱਕ ਢੁੱਕ ਨੇੜੇ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਐ ਦਰਬਾਰ ਸਾਹਿਬ ਦੇ ਏਰੀਏ 'ਚ ਮੇਰੇ ਨਾਲ ਵਾਪਰੀ ਘਟਨਾ ਬਿਲਕੁਲ ਇਸ ਤਰ੍ਹਾਂ ਦੀ। ਸੰਤ ਬਾਬਾ ਜਰਨੈਲ ਸਿੰਘ ਦੇ ਮੈਂ ਸੰਗਤ ਕੀਤੀ, ਉਹਨਾਂ ਦੇ ਜਥੇ ਦਾ ਵਿਦਿਆਰਥੀ ਸਾਂ। ਤੇ ਜਿਹੜੀ ਇਸ ਪਾਸੇ ਗੁੱਠ ਵਾਲੀ ਛਬੀਲ ਹੈ ਨਾ, ਮੈਂ ਕਥਾ ਕਰਦਾ ਸਾਂ ਉਦੋਂ ਗਿਆਨੀ ਦਲੀਪ ਸਿੰਘ ਹੋਰਾਂ ਦੇ ਨਾਲ ਵੀ। ਕਦੇ ਕਦੇ ਮੈਂ ਕਥਾ ਕਰਨੀ ਤੇ ਸਾਰਿਆਂ ਨੇ ਕਹਿਣਾ ਵੀ ਗਿਆਨੀ ਸਿੰਘ ਕਥਾ ਕਰਦਾ। ਤੇ ਉਸ ਮਾਤਾ ਨੇ ਮੈਨੂੰ ਸਵੇਰੇ ਪਰੌਂਠੀਆਂ ਖਵਾਉਣੀਆਂ ਰੋਜ਼ਾਨਾ। ਅਟੈਕ ਹੋ ਗਿਆ। ਉਹ ਮਾਤਾ ਉੱਥੇ ਬੈਠੀ ਸੀ ਤੇ ਮੈਂ ਉਹਨੂੰ ਫਤਿਹ ਬੁਲਾਈ ਵੀ ਮਾਤਾ ਜੀ ਕੀ ਹਾਲ ਹੈ? ਤੇ ਮੈਨੂੰ ਕਹਿੰਦੀ ਕਾਕਾ ਮੈਂ ਤੈਨੂੰ ਪਛਾਣਿਆ ਨਹੀਂ। ਮੈਂ ਕਿਹਾ ਮਾਤਾ ਜਿਹਨੂੰ 3 ਮਹੀਨੇ ਪਰੌਂਠੀਆਂ ਖਵਾਈਆਂ ਹੋਣ ਉਹ ਭਲਾ ਭੁੱਲ ਜਾਂਦਾ। ਉਹਦਾ ਭਾਵ ਸੀ ਵੀ ਜੇ ਮੈਂ ਇਹਨੂੰ ਬੁਲਾ ਲਿਆ ਤੇ ਕਿਤੇ ਮੈਂ ਨਾ ਕਾਬੂ ਆ ਜਾ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਮਾਤਾ ਨੂੰ ਦਿੱਤਾ, ਮਾਤਾ ਨੇ ਮੈਨੂੰ ਪਰੌਂਠੇ ਖਵਾਏ 3 ਮਹੀਨੇ। ਲੇਕਿਨ ਇਸ ਗੱਲ ਤੋਂ ਡਰ ਹੈ ਵੀ ਕਿਤੇ ਇਹ ਸੰਤਾਂ ਦੇ ਨਾਲ ਰਿਹਾ ਤੇ ਮੈਂ ਵੀ ਅਟੈਚ ਨਾ ਹੋ ਜਾ। ਇਹ ਜੇ ਸਾਡੀ ਸੰਸਾਰ ਦੀ ਸਾਂਝ, ਇਹ ਹੱਡ ਬੀਪੀ ਮੈਂ ਤਾਂ ਬੇਨਤੀ ਕੀਤੀ ਹੈ। ਜਦੋਂ ਮੁਸੀਬਤ ਦਾ ਸਮਾਂ ਆਉਂਦਾ ਨਾ, ਉਦੋਂ ਸਾਰੇ ਸਾਥ ਛੱਡ ਜਾਂਦੇ ਹਨ।
ਉਦੋਂ ਕੇਵਲ ਤੇ ਕੇਵਲ ਗੁਰੂ ਤੇ ਪਰਮੇਸ਼ਰ ਨਾਲ ਨਿਭਦਾ ਹੈ। ਕਾਹੂ ਕਹਾ ਇਆ ਮਨ ਬੌਰੇ ਕੋ। ਆਂਦੇ ਕੀ ਕਵਾਂ ਇਸ ਕਮਲੇ ਮਨ ਨੂੰ। ਬੌਰੇ ਤੋਂ ਭਾਵ ਹੁੰਦਾ ਕਮਲਾ। ਇਸ ਕਮਲੇ ਮਨ ਨੂੰ ਕੀ ਕਹਿਣਾ ਕਰਾਂ। ਇਨ ਸਿਉ ਨੇਹੋ ਲਗਾਇਓ। ਪਰ ਇਹ ਏਡਾ ਕਮਲਾ ਮਨੁੱਖ ਮਨ ਹੈ, ਜਿਨ੍ਹਾਂ ਦੇ ਨਾਲ ਮੈਂ ਕਿਹਾ ਵੀ ਮੋਹ ਨਾ ਕਰਿਆ ਕਰ, ਉਹਨਾਂ ਨਾਲ ਬਹੁਤਾ ਮੋਹ ਕਰਦਾ ਹੈ। ਆਪਾਂ ਗਿਣਤੀ ਪੜ੍ਹ ਚੁੱਕੇ ਹਾਂ। ਪਤਨੀ ਨਾਲ ਸਨੇਹ, ਮਿੱਤਰਾਂ ਨਾਲ ਪਿਆਰ, ਪੁੱਤਰਾਂ ਨਾਲ ਮੋਹ, ਸੰਬੰਧੀਆਂ ਨਾਲ ਸੰਬੰਧ, ਪਕੜ, ਮੋਹ, ਇਹਨਾਂ ਦੇ ਨਾਲ ਸਾਡੀ ਪਕੜ ਹੈ। ਤੇ ਗੁਰਦੇਵ ਕਹਿੰਦੇ ਮੈਂ ਮਨ ਨੂੰ ਕਹਿਣਾ, ਪਰ ਮਨ ਮੰਨਦਾ ਨਹੀਂ। ਦੀਨਾ ਨਾਥ ਸਕਲ ਭੈ ਭੰਜਨ। ਜਿਹੜਾ ਇਹ ਕੰਮ ਕਰਨ ਵਾਲਾ ਸੀ ਉਹ ਨਹੀਂ ਕੀਤਾ। ਦੋ ਤਰ੍ਹਾਂ ਦੇ ਕਰਮ ਹੁੰਦੇ ਨੇ, ਇੱਕ ਵੇਦ ਕਰਮ ਤੇ ਇੱਕ ਨਿਸ਼ੇਧ ਕਰਮ। ਜਿਹੜਾ ਪਹਿਲਾ ਹੈ ਉਹ ਨਿਸ਼ੇਧ ਕਰਮ ਹੈ, ਉਹ ਤੋਂ ਵੱਢਣਾ ਸੀ। ਇਹ ਵੇਦ ਕਰਮ ਹੈ। ਕੀ ਕਰਨਾ ਹੈ। ਦੀਨਾ ਨਾਥ ਸਕਲ ਭੈ ਭੰਜਨ, ਸਾਰੇ ਭੈ ਨੂੰ ਨਾਸ ਕਰਨ ਵਾਲਾ, ਅਨਾਥਾਂ ਦਾ ਨਾਥ, ਜਸ ਤਾਕੋ ਬਸਰਾਇਓ। ਉਹਦੀ ਵਡਿਆਈ ਕਰਨੀ ਸੀ, ਪਰ ਉਹਦੀ ਵਡਿਆਈ ਭੁੱਲ ਗਿਆ। ਜਸ ਤਾਕੋ ਬਿਸਰਾਇਓ। ਉਸ ਪਰਿਪੂਰਨ ਪ੍ਰਮਾਤਮਾ ਦੀ ਵਡਿਆਈ ਕਰਨੀ ਭੁੱਲ ਗਿਆ ਇਹ ਜੀਵ। ਸਵਾਨ ਪੂਛ ਜਿਉ ਭਇਓ ਨਾ ਸੁਧੋ। ਇਹ ਆਪਾਂ ਆਮ ਵੀ ਕਹਾਵਤ ਬੋਲਦੇ ਆਂ ਵੀ ਕੁੱਤੇ ਦੀ ਪੂਛ ਨੂੰ ਵੰਝੜੀ ਵਿੱਚ ਪਾ ਕੇ ਰੱਖਿਆ ਗਿਆ ਤੇ ਉਹ ਸਿੱਧੀ ਨਾ ਹੋਈ। ਬਹੁਤ ਯਤਨ ਮੈਂ ਕੀਨੋ। ਮਨ ਦੀ ਅਵਸਥਾ ਵੀ ਇਹੋ ਹੈ। ਇਹਦੇ ਅੰਤਰੀ ਵਰਤ ਮਹਾਂਪੁਰਸ਼ਾਂ ਨੇ ਕੀਤੇ ਨੇ। ਉਹ ਇਹ ਨੇ ਕਿ ਭੇਖ ਧਾਰਨ ਕਰ ਲਿਆ, ਭੇਖ ਰੂਪੀ ਵੰਝੜੀ ਵਿੱਚ ਆਪਣੇ ਮਨ ਨੂੰ ਰੱਖਿਆ, ਪਰ ਭੇਖ ਦੇ ਧਾਰਨ ਕਰਕੇ ਮਨ ਸਿੱਧਾ ਨਹੀਂ ਹੁੰਦਾ। ਭੇਖ ਤੋਂ ਭਾਵ ਲਿਬਾਸ, ਅਸੀਂ ਲਿਬਾਸ ਤੇ ਜ਼ੋਰ ਦਿੰਦੇ ਹਾਂ। ਇਸ ਕਰਕੇ ਕਹਿੰਦੇ ਨੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇਸ ਪ੍ਰਕਾਰ ਇਹ ਮਨ ਨੂੰ ਸਿੱਧਿਆਂ ਕਰਨ ਦਾ ਯਤਨ ਕੀਤਾ, ਪਰ ਮਨ ਸਿੱਧਾ ਨਾ ਹੋਇਆ। ਨਾਨਕ ਲਾਜ ਬਿਰਦ ਕੀ ਰਾਖੋ। ਅਸਲੀ ਇੱਕੋ ਇੱਕ ਤਰੀਕਾ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਉਹ ਦੋ ਜੋੜ ਹੱਥ ਜੋੜ ਕੇ ਅਰਦਾਸ ਕਰੀਏ। ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਮੇਰੇ ਤੇ ਕਿਰਪਾ ਕਰੋ, ਮੇਰੀ ਪਤ ਰੱਖਣਾ ਕਰੋ ਜੀ। ਨਾਮ ਤੁਹਾਰੂ ਲੀਨੋ। ਪਤ ਰੱਖਣ ਤੋਂ ਭਾਵੇਂ ਵੀ ਪਾਤਸ਼ਾਹ ਜਦੋਂ ਤੇਰੇ ਨਾਮ ਦਾ ਟਾਈਮ ਹੁੰਦਾ ਉਦੋਂ ਮੈਨੂੰ ਨੀਂਦ ਆ ਜਾਂਦੀ ਹੈ। ਨਾਮ ਕੀ ਬੇੜਾ ਪੈ ਪੈ ਸੋਇਆ, ਬੁਰੇ ਕਾਮ ਕੋ ਊੜ ਖਲੋਇਆ। ਕਿਤੇ ਤਜਰਬਾ ਕਰਕੇ ਵੇਖਿਆ ਜੇ ਸ਼ਾਮ ਤੇ ਟਾਈਮ ਤੇ 5-7 ਜਣੇ ਆਖਿਆ ਜੀ ਆ ਸੁਖਮਨੀ ਸਾਹਿਬ ਦਾ ਪਾਠ ਕਰਨਾ, 7-8 ਬੰਦੇ ਬਹਿ ਜਾ ਜੇ, ਉਹਨਾਂ 'ਚੋਂ ਗੁਰਮੁਖੋ 2 ਬੈਠੇ ਰਹਿਣਗੇ ਤੇ 5 ਕਹਿਣਗੇ ਭਾਈ ਸਾਹਿਬ ਚੰਗਾ ਫਿਰ ਤੁਸੀਂ ਅਸ਼ਟਪਦੀ ਮੁਕਾ ਲਈਏ, ਤੁਸੀਂ ਸੰਪੂਰਨ ਕਰ ਲਿਆ ਜੇ, ਫੇਰ ਕਿਤੇ ਮਿਲਾਂਗੇ। ਤੇ ਜੇ ਸਾਰੀ ਰਾਤ ਆਪਾਂ ਲੋਕਾਂ ਦੀ ਨਿੰਦਿਆ ਚੁਗਲੀ ਕਰੀਏ ਤੇ ਆਪਾਂ ਇਹ ਕਹਿੰਦੇ ਵੀ ਗੁਰਮੁਖਾਂ ਨੂੰ ਤੂੰ ਸਾਹ ਲੈ ਲੈ, ਮੈਨੂੰ ਵੀ ਬੋਲ ਲੈਣ ਦੇ, ਇਹ ਸਾਡੀ ਮਨ ਦੀ ਅਵਸਥਾ ਹੈ। ਬੁਰੇ ਕਾਮ ਕੋ ਊੜ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਉਹ ਪਰਿਪੂਰਨ ਪ੍ਰਮਾਤਮਾ ਦਾ ਸਾਨੂੰ ਨਾਮ ਚੇਤੇ ਰਵੇ। ਜਿਵੇਂ ਰਾਮ ਕਲੀ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਨਗੇ। ਸਰਵਣ ਕਰੋ। ਰਾਮ ਕਲੀ ਮਹੱਲਾ ਪੰਜਵਾ। ਜਿਸ ਕੀ ਤਿਸ ਕੀ ਕਰ ਮਾਨ। ਇਹ ਸ਼ਬਦ ਦਾ ਨਿਚੋੜ ਹੈ, ਨਾਮ ਬਿਨਾ ਕਿਛ ਕਾਮ ਨਾ ਆਵੈ, ਮੇਰਾ ਮੇਰਾ ਕਰ ਬਹੁਤ ਪਛਤਾਨੇ। ਪੁੱਤ ਮੇਰਾ, ਪਰਿਵਾਰ ਮੇਰਾ, ਮਕਾਨ ਮੇਰਾ, ਇਹ ਆਪਾਂ ਮੇਰੀ ਮੇਰੀ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨਾਂ 'ਚੋਂ ਕਿਸੇ ਨੇ ਕੰਮ ਨਹੀਂ ਹੋਣਾ। ਕੀ ਕਰ ਜਿਸ ਕੀ ਤਿਸ ਕੀ ਕਰਮਾਨ। ਇਹ ਪੈਸਾ, ਇਹ ਪਰਿਵਾਰ, ਇਹ ਮਾਇਆ, ਇਹ ਸਰੀਰ ਜਿਹਨੇ ਦਿੱਤਾ ਨਾ, ਉਹਦਾ ਮਨ ਇਹ ਨਾ ਕਹਿ ਕੇ ਮੈਂ ਬਣਾਇਆ ਹੈ। ਇਹ ਸ਼ਬਦ ਦਾ ਨਿਚੋੜ ਇਹ ਹੈ ਵੀ ਜਿਹਨੇ ਤੈਨੂੰ ਦਿੱਤਾ ਨਾ, ਉਹਦੀ ਮਨ ਤੇਰਾ ਨਹੀਂ। ਇੱਕ ਬਜ਼ੁਰਗ ਸ਼ੇਰ ਬੋਲਦੇ ਹੁੰਦੇ ਨੇ, ਬੜਾ ਬਕੀਮਤਾ। ਉਹ ਕਹਿੰਦੇ ਜਬ ਦਾਂਤ ਨ ਥੇ ਤਬ ਦੂਧ ਦਿਓ, ਜਬ ਦਾਨ ਦੀਏ ਕਿ ਅੰਨ ਨਾ ਦੇ ਹੈ। ਜਦੋਂ ਤੇਰੇ ਮੂੰਹ 'ਚ ਦੰਦ ਨਹੀਂ ਸੀ
ਉਦੋਂ ਵਾਹਿਗੁਰੂ ਨੇ ਦੁੱਧ ਦਿੱਤਾ ਤੇ ਪਿਆਰਿਆ ਜੇ ਦੰਦ ਦਿੱਤੇ ਤੇ ਤੈਨੂੰ ਰੋਜੀ ਵੀ ਦੇਗਾ, ਰੋਟੀ ਵੀ ਦੇਗਾ। ਆਪਾਂ ਕਹਿੰਦੇ ਮਕਾਨ ਮੇਰਾ, ਆਪਾਂ ਬਹੁਤੇ ਕਹਿੰਦੇ ਆ ਜੀ ਮੇਰੇ ਪਿਤਾ ਨੇ ਮੈਨੂੰ ਕੱਖ ਨਹੀਂ ਦਿੱਤਾ। ਗਿਆਨੀ ਜੀ ਮੈਂ ਮਿਹਨਤ ਕਰਕੇ ਬਣਾਇਆ ਜੀ, ਮਿਹਨਤ ਕਰਕੇ। ਹਜ਼ੂਰ ਕਹਿੰਦੇ ਇਹ ਨਾ ਕਿਹਾ ਕਰ, ਜਿਹੜੇ ਵਾਹਿਗੁਰੂ ਨੇ ਦਿੱਤਾ ਨਾ ਇਹ ਕਹੇ ਵੀ ਉਹਨੇ ਦਿੱਤਾ ਹੈ। ਜਿਸ ਕੀ ਤਿਸ ਕੀ ਕਰਮਾਨ, ਜਿਹਨੇ ਇਹ ਤੈਨੂੰ ਸਾਰੇ ਪਦਾਰਥ ਦਿੱਤੇ ਨੇ ਉਹਦੇ ਮੰਨਣਾ ਕਰ, ਤੇਰਾ ਆਪਣਾ ਕੁਝ ਵੀ ਨਹੀਂ। ਆਪਨ ਲਾਹੇ ਗੁਮਾਨ, ਗੁਮਾਨ ਤੋਂ ਭਾਵ ਸਾਡੇ ਅੰਦਰ ਹੰਕਾਰ ਬੜਾ ਹੈ। ਕਹਿੰਦੇ ਜਿਹੜਾ ਆਪਣਾ ਹੰਕਾਰ ਹੈ ਨਾ, ਜਿਹੜਾ ਹੰਕਾਰ ਦਾ ਚੋਲਾ ਪਾਇਆ ਇਹਨੂੰ ਲਾਉਣਾ ਕਰ। ਜਿਸ ਕਾ ਤੂੰ ਤਿਸ ਕਾ ਸਭ ਕੋਏ, ਕਹਿੰਦੇ ਜਿਸ ਵਾਹਿਗੁਰੂ ਨੇ ਤੈਨੂੰ ਬਣਾਉਣਾ ਕੀਤਾ ਨਾ, ਬਾਕੀ ਦੇ ਵੀ ਉਹਦੇ ਬਣਾਏ ਹੋਏ ਨੇ। ਸਾਨੂੰ ਸਾਰਿਆਂ ਨੂੰ ਭੁਲੇਖਾ ਵੀ ਸ਼ਾਇਦ ਮੈਂ ਨਾ ਰਿਹਾ ਸੰਸਾਰ ਵਿੱਚ ਤੇ ਪਤਾ ਨਹੀਂ ਕੀ ਹਨੇਰਾ ਹੋ ਜਾਏ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹਨੇ ਤੈਨੂੰ ਬਣਾਇਆ ਨਾ ਇਹ ਸਾਰੇ ਉਹਦੇ ਬਣਾਏ ਹੋਏ ਹਨ। ਤਿਸ ਹੈ ਅਰਾਧ ਸਦਾ ਸੁਖ ਹੋਏ, ਉਸ ਪਰਮਾਤਮਾ ਦੀ ਆਰਾਧਨਾ ਕਰਤੇ ਤੈਨੂੰ ਸਦੀਵੀ ਤੌਰ ਤੇ ਪਰਮ ਸੁਖ ਦੀ ਪ੍ਰਾਪਤੀ ਹੋਵੇਗੀ। ਕਾਹੇ ਭ੍ਰਮ ਭ੍ਰਮ ਹੈ ਬੇਗਾਨੇ, ਭਾਈ ਬਿਨਾਂ ਸਮੇਂ ਤੋਂ ਕਿਹੜੇ ਭਰਮ ਭੁਲੇਖਿਆਂ 'ਚ ਪਿਆ ਹੋਇਆ ਹੈ। ਨਾਮ ਬਿਨਾ ਕਿਛ ਕਾਮ ਨਾ ਆਵੇ, ਪਰਿਪੂਰਨ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਤੇਰੇ ਕੰਮ ਨਹੀਂ ਆਉਣਾ। ਮੇਰਾ ਮੇਰਾ ਕਰ ਬਹੁਤ ਪਛਤਾਨੇ, ਇਹ ਪੁੱਤ ਮੇਰਾ, ਇਹ ਘਰ ਮੇਰਾ, ਇਹ ਪਰਿਵਾਰ ਮੇਰਾ, ਇਹ ਜਾਇਦਾਦ ਮੇਰੀ, ਜਿਹੜਾ ਤੂੰ ਕਰਦਾ ਨਾ ਜਾਣ ਲੱਗਿਆ ਪਛਤਾਵੇਂਗਾ ਦੁਨੀਆ ਤੋਂ। ਰਹਾਓ ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਜੋ ਜੋ ਕਰੈ ਸੋਈ ਮਾਨ ਲਿਓ, ਜੋ ਪਰਿਪੂਰਨ ਪਰਮਾਤਮਾ ਕਰਦਾ ਭਾਈ ਉਹਨੂੰ ਚੰਗਾ ਕਰਕੇ ਮੰਨ। ਆਪਾਂ ਰੋਜ਼ਾਨਾ ਪੜ੍ਹਦੇ ਤਾਂ ਪਰ ਅਮਲ ਨਹੀਂ ਹੁੰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਬਿਨ ਮਾਨੇ ਰਲ ਹੋਵਹਿ ਖੇਹ, ਪਰ ਯਾਦ ਰੱਖੀ ਪਰਮਾਤਮਾ ਨੂੰ ਮੰਨਣ ਤੋਂ ਬਿਨਾ ਇਹ ਤੇਰੇ ਸਰੀਰ ਨੇ ਮਿੱਟੀ ਨਾਲ ਮਿੱਟੀ ਹੋ ਜਾਣਾ ਹੈ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਭਾਵੇਂ ਕਿੱਡਾ ਵੱਡਾ ਸਰੀਰ ਹੈ ਨਾ, ਇੱਕ ਨਿੱਕੀ ਜਿਹੀ ਗੁਥਲੀ ਵਿੱਚ ਪਾ ਕੇ ਤੇ ਸਾਨੂੰ ਦਰਿਆ ਤੇ ਰੋੜ ਆਉਣਗੇ। ਇਹੋ ਤਨ ਢੇਰੀ ਥੀਸੀ, ਚੇਤੇ ਰੱਖਿਆ ਕਰੀਏ ਮੇਰੀ ਮੇਰੀ ਕਹਿਰੋਂ ਕਰਤੇ, ਦਰਯੋਧਨ ਸੇ ਭਾਏ 12 योजन छत्र चले था, देही गिरद न खाए, सर्ब सोइन की लंका होते, रावण से अधकाए, कां भयो दर बांधे हाथी, खिन में पई पराई। रोजाना पाठ करते हैं, गुरमुखो वाचिया करिए, सोचिया करिए ਉਹਨੂੰ। माते मतंग जरे जर संग, अनूप अतंग सरंग सवारे, कोट तरंग करंग से कूदत पौन के गौन को जात नवारे, भारी भुजान के भू भली बिद न्यावत सीस ना जात बिचारे, एते भय तो कां पै भूपत, अंत को नागे ही पाए पधारे। की होया ਇੰਨਾ ਕੁਝ ਵੀ ਹੋ ਗਿਆ ਤੇ ਮਿੱਤਰਾ ਨੰਗੇ ਪੈਰੀਂ ਜਾਣਾ ਹੈ, ਨੰਗੇ ਪੈਰੀਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਭਗਵਾਨ ਨੂੰ ਮੰਨਣ ਤੋਂ ਬਿਨਾ ਯਾਦ ਰੱਖ ਮਿੱਟੀ ਦੀ ਢੇਰੀ ਬਣ ਜਾਏਗਾ। ਤਿਸ ਕਾ ਭਾਣਾ ਲਾਗੈ ਮੀਠਾ, ਇਹ ਸਾਡੀ ਕਿਤੇ ਅਵਸਥਾ ਬਣ ਜੇ ਉਸ ਵਾਹਿਗੁਰੂ ਦਾ ਭਾਣਾ ਸਾਨੂੰ ਮਿੱਠਾ ਲੱਗੇ। ਗੁਰ ਪ੍ਰਸਾਦ ਵਿਰਲੇ ਮਨ ਉਠਾ, ਪਰ ਇਸ ਅਵਸਥਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਦੇ ਮਨ ਵਿੱਚ ਇਹ ਵਸੀ ਹੋਈ ਗੱਲ ਹੈ। ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬੜਾ ਔਖਾ ਹੈ। ਅਗਲੇ ਮਹੀਨੇ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ। ਸ਼ਹੀਦੀ ਹਫ਼ਤੇ ਆਉਣੇ ਨੇ। ਉਹਨਾਂ ਪ੍ਰਸੰਗਾਂ ਦੇ ਵਿੱਚ ਇੱਕ ਬੀਬੀ ਸ਼ਰਨ ਕੌਰ ਦਾ ਪ੍ਰਸੰਗ ਆਉਂਦਾ ਹੈ। ਚਮਕੌਰ ਦੇ ਜਿਹੜੇ ਸ਼ਹੀਦ ਸਿੰਘ ਹੋਏ ਨੇ ਨਾ, ਉਹਨਾਂ ਦੇ ਵਿੱਚ ਇੱਕ ਭਾਈ ਪ੍ਰੀਤਮ ਸਿੰਘ ਨਾਮ ਦਾ ਗੁਰੂ ਕਾ ਲਾਲ ਸ਼ਹੀਦ ਹੋਇਆ। ਉਹਦੀ ਧਰਮ ਪਤਨੀ ਬੀਬੀ ਨੂੰ ਨਮਸਕਾਰ, ਬੀਬੀ ਸ਼ਰਨ ਕੌਰ ਨੂੰ, ਉਹ ਕਹਿਣ ਲੱਗੇ ਮੇਰੇ ਅੰਦਰ ਪੰਕਤੀਆਂ ਰਾਗੀ ਸਿੰਘ ਪੜ੍ਹਦੇ ਸਨ ਵਸੀਆਂ ਨੇ, ਜਿਸ ਪਿਆਰੇ ਸੁਣਿਓ ਤਿਸ ਆਗੇ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਜਦੋਂ ਮੇਰਾ ਆਨੰਦ ਕਾਰਜ ਹੋਇਆ ਸੀ, ਇਹ ਬੀਬੀ ਦੀ ਮੈਂ ਬੇਨਤੀ ਕਰ ਰਿਹਾ ਵੀ ਉਹਦੇ ਮਨ ਦੀ ਅਵਸਥਾ
ਕਹਿੰਦੀ ਜਿਦਨ ਮੇਰਾ ਆਨੰਦ ਕਾਰਜ ਹੋਇਆ ਸੀ ਤੇ ਉਧਰ ਰਾਗੀ ਸਿੰਘਾਂ ਨੇ ਸ਼ਬਦ ਪੜਿਆ ਸੀ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੇ। ਜਿਹਦਾ ਪੱਲਾ ਪਕੜਿਆ ਸੀ ਉਹ ਨਹੀਂ ਰਿਹਾ ਤੇ ਮਨਾ ਹੋਰ ਤਾਂ ਕੋਈ ਨਹੀਂ ਕਰ ਸਕਦੀ, ਉਹਦੀ ਜਾਂਦਿਆਂ ਜਾਂਦੇ ਦੀ ਸੇਵਾ ਤਾਂ ਕਰ ਲਾ ਨਾ। ਉਸ ਬੀਬੀ ਨੇ ਸਾਰੇ ਜਣੇ ਆਪਾਂ ਅੰਦਰ ਝਾਤੀ ਮਾਰੀਏ, ਆਪਾਂ ਬਜ਼ੁਰਗਾਂ ਨੂੰ ਚੇਤੇ ਕਰਦੇ ਤੇ ਆਪਣਾ ਤੇ ਉਹਨਾਂ ਦਾ ਬੜਾ ਫਰਕ ਜਿਹਾ, ਆਪਾਂ ਬਹੁਤ ਥੱਲੇ ਹਾਂ। ਬੀਬੀ ਸ਼ਰਨ ਕੌਰ ਨੇ 37 ਸਰੀਰਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੇ ਸਰੀਰ ਨੂੰ ਚਿਖਾ ਵਿੱਚ ਲਾਉਣ ਵਾਸਤੇ ਕਿੰਨਾ ਕੁ ਬਾਲਣ ਚਾਹੀਦਾ, ਕਿੰਨਾ ਬਾਲਣ ਇਕੱਠਾ ਕੀਤਾ ਹੋਵੇਗਾ ਬੀਬੀ ਨੇ। ਬਾਲਣ ਇਕੱਠਾ ਕੀਤਾ, ਸਰੀਰ ਇਕੱਠੇ ਕਰ ਲੈ। ਇੱਕ ਮਿਸਾਲ 'ਚ ਹੀ ਮਿਸਾਲ ਜਗਾ ਕੇ ਖਲੋਤਾ ਤੇ ਉਹਦੇ ਕੋਲ ਗਈ, ਸ੍ਰੀ ਸਾਹਿਬ ਦੇ ਨਾਲ ਉਹਦਾ ਗੁੱਟ ਵੜ ਕੇ ਤੇ ਉਹਦੇ ਕੋਲ ਮਿਸਾਲ ਖੋ ਕੇ ਬੀਬੀ ਅੱਗੇ ਭੱਜ ਉੱਠੀ। ਇੱਥੇ ਬਸ ਨਹੀਂ, ਉਹ ਚਿਖਾ ਘੁੜਾਈ, ਆਣ ਕੇ ਚਿਖਾ ਨੂੰ ਲਾਂਬੂ ਲਾਇਆ, ਕੀਰਤਨ ਸੁਲ੍ਹ ਦਾ ਪਾਠ ਕੀਤਾ ਤੇ ਤੁਰਕਾਂ ਨੂੰ ਸ਼ੱਕ ਪੈ ਗਿਆ ਕਿ ਸਿੱਖ ਬੀਬੀ ਹੈ। ਉਹਨੇ ਪਹਿਲਾਂ ਜਾਣ ਕੇ ਆਪਣੇ ਕੇਸ ਖਿਲਾਰੇ, ਮੂੰਹ ਤੇ ਮਿੱਟੀ ਵਗੈਰਾ ਮੜੀ ਪਈ, ਕਹਿਣਗੇ ਕੋਈ ਪਾਗਲ ਔਰਤ ਹੈ, ਖਿਆਲ ਨਾ ਕਰਨਗੇ, ਨੀਤੀ ਵਰਤੀ। ਉਹਨਾਂ ਨੂੰ ਪਤਾ ਚੱਲਿਆ ਤੇ ਉਹ ਦੌੜੇ ਆਏ ਤੇ ਬੀਬੀ ਨੂੰ ਕਿਸੇ ਨੇ ਗਿੱਟਿਆਂ ਤੋਂ ਫੜਿਆ, ਕਿਸੇ ਨੇ ਬਾਹਾਂ ਤੋਂ ਫੜਿਆ, ਜਿਉਂਦੀ ਨੂੰ ਚਿਖਾਵੇ ਸੁੱਟਿਆ ਤੇ ਬੀਬੀ ਨੇ ਪੰਕਤੀਆਂ ਪੜੀਆਂ ਸਨ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਜੇ ਸਾਡੇ ਵਡੇਰਿਆਂ ਦੀ ਗਾਥਾ ਜਿਨ੍ਹਾਂ ਦੇ ਨਾਲ ਆਪਾਂ ਸੰਬੰਧਿਤ ਆ ਨਾ, ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ। ਮੇਰੇ ਪਾਤਸ਼ਾਹ ਕਹਿੰਦੇ ਗੁਰਪ੍ਰਸਾਦ ਵਿਰਲੇ ਮਨ ਬੂਠਾ, ਉਸ ਵਾਹਿਗੁਰੂ ਦੇ ਭਾਣੇ ਨੂੰ ਮਿੱਠਿਆਂ ਕਰਕੇ ਮੰਨਣਾ, ਇਹ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਮਿਰਲੇ ਦੇ ਮਨ ਵਿੱਚ ਵਸਿਆ ਹੋਇਆ ਹੈ। ਵੇ ਪਰਵਾਹੁ ਅਗੋਚਰ ਆਪ, ਇੰਦਰੀਆਂ ਦੀ ਪਕੜ ਤੋਂ ਉੱਪਰ ਜਿਹਨੂੰ ਕਿਸੇ ਦੀ ਪਰਵਾਹ ਨਹੀਂ, ਉਹ ਵਾਹਿਗੁਰੂ ਆਪ। ਆਠ ਪਹਿਰ ਮਨ ਤਾ ਕੋ ਜਾਪ, ਗੁਰਮੁਖਾ ਖੇਚਲ ਕਰਿਆ ਕਰ। ਤੂੰ ਕਹਿੰਦਾ ਸਵੇਰੇ 2 ਘੰਟੇ ਬਾਣੀ ਪੜ੍ਹੀ ਤੇ ਥੱਕ ਗਿਆ ਹਾਂ। ਹਜ਼ੂਰ ਕਹਿੰਦੇ 8 ਪਹਿਰ 8 ਪਹਿਰ ਮਨ ਕਰਕੇ ਉਸ ਪ੍ਰਮਾਤਮਾ ਨੂੰ ਜਪਣਾ ਕਰ। ਜਿਸ ਚਿਤੇ ਆਏ ਬਿਨ ਸੇ ਦੁਖਾ। ਆਪਾਂ ਸਤਿਗੁਰੂ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ ਵੀ ਪਾਤਸ਼ਾਹ ਤੁਸੀਂ ਕਹਿੰਦੇ 8 ਪਹਿਰ ਜਪੀ ਚੱਲ, ਇਹਦੇ ਨਾਲ ਹੋਵੇਗਾ ਕੀ? ਤੇ ਹਜ਼ੂਰ ਜਵਾਬ ਦਿੰਦੇ, ਭਾਈ ਜਿਸ ਚਿਤ ਆਏ ਬਿਨ ਸੇ ਦੁਖਾ, ਜਿਨ੍ਹਾਂ ਨੂੰ ਵਾਹਿਗੁਰੂ ਚੇਤਿਆ ਨਾ, ਉਹਨਾਂ ਦੇ ਦੁੱਖ ਨਾਸ ਹੋ ਜਾਂਦੇ ਹਨ। ਆਪਾਂ ਐਵੇਂ ਭੜਕੀ ਜਾਂਦੇ, ਬਾਬਾ ਜੀ ਸ਼ਬਦ ਦੱਸੋ, ਫਲਾਨਾ ਜੀ ਆਹ ਦੱਸੋ। ਸਾਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਦੱਸਿਆ, ਭਾਈ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਸੱਚੀ ਬਾਣੀ ਨੂੰ ਸੁਣ, ਤੇਰਾ ਤਨ ਦਾ ਤਾਪ ਵੀ ਲੈ ਜਾਏਗਾ, ਤੇਰੇ ਮਨ ਦਾ ਤਾਪ ਵੀ ਲੈ ਜਾਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਆਇਆ ਨਾ, ਉਹਨਾਂ ਦੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਗਈ। ਹਲਤ ਪਲਤ ਤੇਰਾ ਉਜਲ ਮੁਖਾ, ਫਿਰ ਇਹ ਨਹੀਂ ਵੀ ਇੱਥੇ ਬਸ ਹੈ, ਤੇਰਾ ਲੋਕ ਤੇ ਪਰਲੋਕ ਵਿੱਚ ਮੁਖ ਉਜੜਾ ਹੋ ਜਾਏਗਾ। ਇਹਦੇ ਨਾਲ ਇੱਕ ਹੋਰ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ। ਇੱਕ ਮਹਾਤਮਾ ਵੇਸਵਾ ਸੁਭਾਅ ਦੇ ਮੁਤਾਬਕ ਜਦੋਂ ਕੋਲ ਦੀ ਲੰਘਦੀ ਤੇ ਕਹਿੰਦੀ, ਬਾਬਾ ਜੀ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੁਹਾਡੀ ਦਾੜੀ ਚੰਗੀ। ਵੇਸਵਾ। ਮਹਾਤਮਾ ਚੁੱਪ। ਅੰਤਮ ਸਮਾਂ ਆਇਆ, ਮਹਾਤਮਾ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਵੀ ਉਸ ਬੀਬੀ ਨੂੰ ਬੁਲਾ ਕੇ ਲਿਆਓ। ਤੇ ਆਪਾਂ ਦੁਨਿਆਵੀ ਲੋਕ ਹਾਂ। ਵਿਦਿਆਰਥੀਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਵੀ ਵੇਖੋ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਸਾਨੂੰ ਗੁਰਮਤਿ ਦੀ ਪੜ੍ਹਾਈ, ਇੰਨਾ ਚੰਗਾ ਸੁੱਚਾ ਜੀਵਨ, ਤੇ ਦੁਨੀਆ ਤੋਂ ਜਾਣ ਲੱਗਿਆਂ ਵੇਸਵਾ ਚੇਤੇ ਆ ਗਈ। ਕਹਿੰਦੇ ਕਾਕਾ ਗੱਲਾਂ ਨਾਲ ਟਾਈਮ ਬਰਬਾਦ ਨਹੀਂ ਕਰੀਦਾ, ਮੈਂ ਤੁਹਾਨੂੰ ਕਿਹਾ ਵੀ ਬੀਬੀ ਨੂੰ ਬੁਲਾ ਕੇ ਲਿਆਓ, ਮੈਂ ਘੜੀ ਪਲਾਂ ਦਾ ਪ੍ਰਾਹੁਣਾ। ਲੈ ਆਂਦਾ। ਮਹਾਤਮਾ ਕਹਿੰਦੇ ਧੀਏ ਰਾਣੀਏ, ਆਪਣੇ ਦਾੜੇ ਤੇ ਹੱਥ ਫੇਰਿਆ ਤੇ ਕਹਿਣ ਲੱਗੇ, ਧੀਏ ਰਾਣੀਏ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ 100 ਗੁਣਾ ਚੰਗੀ। ਬੀਬੀ ਕਹਿਣ ਲੱਗੀ, ਬਾਬਾ ਜੀ ਗੱਲ ਤਾਂ ਇੰਨੀ ਸੀ ਨਾ, ਤੁਸਾਂ ਪਹਿਲਾਂ ਕਿਉਂ ਨਾ ਕਿਹਾ? ਤੇ ਮਹਾਤਮਾ ਨੇ ਪੰਕਤੀ ਪੜ੍ਹੀ, ਅਜੋ ਸੁਣਾਓ ਸਮੁੰਦਰ ਮੇ ਕਿਆ ਜਾਣਾ ਕਿਉਂ ਹੈ। ਇਹਦੇ 'ਚ ਸਿੱਖਿਆ ਸਾਖੀ 'ਚੋਂ ਗੁਰਮੁਖ ਹੋਈ ਮਿਲਦੀ ਹੈ। ਆਪਾਂ ਜੇ ਕਹੀਏ ਨੇ ਵੀ ਮੈਂ ਬੁੱਢਾ ਹੋ ਗਿਆ ਤੇ ਮੈਨੂੰ ਕੋਈ ਖਤਰਾ ਨਹੀਂ,
ਹੋ ਸਕਦਾ ਵੀ ਬੁਢਾਪੇ ਵਿੱਚ ਸਾਡੇ ਤੋਂ ਕੋਈ ਬਹੁਤ ਵੱਡੀ ਕੁਰੈਤ ਹੋ ਜਾਏ। ਜਿੰਨਾ ਚਿਰ ਬੇੜੀ ਦਰਿਆ ਦੇ ਵਿੱਚ ਹੈ ਨਾ, ਪਤਾ ਨਹੀਂ ਕਦੋਂ ਡੁੱਬ ਜਾਏ। ਸਾਡੇ ਕੋਲ ਇੱਕੋ ਇੱਕ ਤਰੀਕਾ ਵੀ ਅਸੀਂ ਆਖੀਏ, ਪਾਤਸ਼ਾਹ ਕਿਰਪਾ ਕਰਕੇ ਮੈਨੂੰ ਬਾਂਹ ਦੇ ਕੇ ਤੇ ਬਚਾ ਲਾ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ, ਜੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਨਾ, ਤੇਰਾ ਲੋਕ ਤੇ ਪਰਲੋਕ ਦੇ ਵਿੱਚ ਮੁਖ ਉਜਲਾ ਹੋਵੇਗਾ। ਆਪਾਂ ਰੋਜ਼ਾਨਾ ਪੜ੍ਹਦੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਸ਼ਲੋਕ ਦੋ ਵਾਰ ਆਇਆ ਜੇ। ਇੱਕ ਤਾਂ ਆਪਾਂ ਜਪਜੀ 'ਚ ਪੜ੍ਹਦੇ ਹਾਂ, ਇੱਕ ਸ਼੍ਰੀ ਰਾਗ ਵਿੱਚ ਆਉਂਦਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਉਹ ਤਾਂ ਉਜੜੇ ਨੇ ਨਾ, ਉਹਨਾਂ ਦੀ ਸੰਗਤ ਕਰਕੇ ਹੋਰਨਾਂ ਦੀ ਕਈਆਂ ਦੀ ਕਲਿਆਣ ਹੋ ਜਾਵੇਗੀ। ਉਸ ਪਰਮਾਤਮਾ ਦਾ ਨਾਮ ਲਿਆ ਕਰ, ਇਹਦੇ ਨਾਲ ਤੇਰਾ ਲੋਕ ਤੇ ਪਰਲੋਕ ਵਿੱਚ ਮੁਖ ਉਜਲਾ ਹੋਵੇਗਾ। ਕੌਣ ਕੌਣ ਉਧਰੇ ਗੁਣ ਗਾਏ, ਤੈਨੂੰ ਕਿਹੜੀ ਕਿਹੜੀ ਗਿਣਤੀ ਕਰਕੇ ਦਸੀਏ ਤੇ ਕਿਹੜਾ ਕਿਹੜਾ ਪਰਮਾਤਮਾ ਦੀ ਗੁਣ ਗਾ ਕੇ ਉਧਰਿਆ। ਆਪਾਂ ਗਨਕਾ ਦੀ ਗੱਲ ਕੱਢਦੇ ਹਾਂ, ਆਪਾਂ ਅਜਾਮਲ ਦੇ ਬਾਰੇ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਏ ਨਸਤਾਰਾ। ਕਥਾ ਵਾਰਕ ਸੀ, ਮਾੜੀ ਸੰਗਤ ਕਰਕੇ ਜੀਵਨ ਰੁੜ ਗਿਆ। ਮਹਾਤਮਾ ਕੁਦਰਤੀ ਤੌਰ ਤੇ ਕਣੀਆਂ ਲੈ ਪਈਆਂ ਤੇ ਉਹਦੇ ਘਰ ਵੜ ਗਏ। ਕਹਿੰਦਾ, ਬਾਬਾ ਜੀ ਮੇਰੇ ਤੇ ਕਿਰਪਾ ਕਰੋ। ਗੱਲਾਂ ਬੜੀਆਂ ਗਿਆਨ ਦੀਆਂ ਕਰੇ। ਕਹਿਣ ਲੱਗੇ, ਗੁਰਮੁਖਾ ਤੂੰ ਬੜਾ ਵਿਚਾਰਵਾਨ ਜਾਪਦਾ। ਕਹਿਣ ਲੱਗਾ, ਜੀ ਵਿਚਾਰਵਾਨ ਸਾਂ ਹੁਣ ਨਹੀਂ। ਮੇਰਾ ਪਿਤਾ ਕਥਾਵਾਚਕ, ਮੈਂ ਕਥਾਵਾਚਕ ਰਾਜੇ ਦੇ ਕੋਲ ਕਥਾ ਕਰਦਾ ਸਾਂ। ਮੇਰਾ ਜੀਵਨ ਡੋਲ ਗਿਆ, ਮੈਂ ਵੇਸਵਾ ਦਾ ਸੰਗ ਕਰਨ ਲੱਗ ਪਿਆ। ਰਾਜੇ ਨੇ ਸਮਝਾਇਆ ਵੀ ਕੰਮ ਨਾ ਕਰ। ਮੈਂ ਕਿਹਾ, ਮੈਂ ਕਥਾ ਛੱਡੀ ਪਰ ਵੇਸਵਾ ਨਹੀਂ ਛੱਡਣੀ। ਜਦੋਂ ਮੱਤ ਮਾਰੀ ਜਾਏ ਨਾ, ਜਿਹੜਾ ਕਥਾ ਕਰਕੇ ਲੋਕਾਂ ਨੂੰ ਸਮਝਾਉਂਦਾ ਹੈ, ਉਹਨੇ ਕਥਾ ਛੱਡ ਦਿੱਤੀ ਪਰ ਵੇਸਵਾ ਨਾ ਛੱਡੀ। ਉਹਦੇ ਘਰ ਬੱਚੇ ਹੋਏ। ਮਹਾਤਮਾ ਕਹਿਣ ਲੱਗੇ, ਮਿੱਤਰਾ, ਜਾਪਦਾ ਵੀ ਬੀਬੀ ਦੀ ਕੁੱਖ ਵਿੱਚ ਬਾਲ ਹੈ, ਇਹਦਾ ਨਾਮ ਨਰਾਇਣ ਰੱਖੀ। ਨਰਾਇਣ ਬੱਚੇ ਦਾ ਨਾਮ ਨਰਾਇਣ ਰੱਖਿਆ। ਅੰਤਮ ਸਮਾਂ ਆਇਆ, ਕੜਲਾਂ ਪਈਆਂ। ਗੁਰਮੁਖੋ ਕਿੰਨੀ ਕੁ ਦਰਦ ਹੋਵੇਗੀ ਮੌਤ ਦੇ ਮੌਕੇ ਤੇ। ਸਾਰੇ ਜਣੇ ਝਾਤੀ ਮਾਰਿਆ ਜੇ। ਜਦੋਂ ਕਿਸੇ ਦੀ ਮੌਤ ਹੁੰਦੀ ਤਾਂ ਆਪਾਂ ਵੇਖਦੇ ਉਹਦਾ ਨੱਕ ਦੀ ਕਰੂੰਗਲੀ ਮੁੜ ਜਾਂਦੀ ਹੈ। ਸਾਨੂੰ ਕਿੰਨੀ ਵੀ ਸੱਟ ਲੱਗੇ, ਕਦੇ ਨੱਕ ਨਹੀਂ ਮੁੜਿਆ। ਪਰ ਮੌਤ ਦੇ ਮੌਕੇ ਤੇ ਇੰਨੀ ਦਰਦ ਹੁੰਦੀ ਹੈ ਕਿ ਸਿੱਧਾ ਨੱਕ ਜਿਹੜਾ ਉਹ ਟੇਢਾ ਹੋ ਜਾਂਦਾ ਹੈ। ਦਰਦ ਗਿਣੀ ਨਹੀਂ ਜਾਂਦੀ। ਗਰੜ ਪੁਰਾਣ ਵਿੱਚ ਇਹ ਲਿਖਿਆ ਵੀ 1 ਲੱਖ ਠੂੰਗੇ ਦੇ ਡੰਗ ਮਾਰਨ ਜਿੰਨੀ ਬੰਦੇ ਨੂੰ ਪੀੜ ਹੁੰਦੀ ਹੈ। ਇਹ ਗਰੜ ਪੁਰਾਣ ਦੀ ਰਾਏ ਹੈ। ਜਦੋਂ ਕੜਲਾਂ ਪਈਆਂ ਨਾ ਤੇ ਆਖਿਆ, ਪੁੱਤ ਨਰਾਇਣ ਮੈਂ ਗਿਆ। ਬਸ ਇੰਨੀ ਗੱਲ ਕਹੀ ਤੇ ਜਮਦੂਤ ਛੱਡ ਗਏ। ਇਹ ਜੇ ਭਗਵਾਨ ਦੇ ਨਾਮ ਦੀ ਮਹਾਨਤਾ। ਮੇਰੇ ਪਾਤਸ਼ਾਹ ਕਹਿੰਦੇ, ਕੌਣ ਕੌਣ ਉਧਰੇ ਗੁਣ ਗਾਏ, ਕਿਹਦਾ ਕਿਹਦਾ ਜ਼ਿਕਰ ਕਰੀਏ। ਗਨਕਾ ਤਰ ਗਈ, ਅਜਾਮਲ ਤਰ ਗਿਆ ਪਰਮਾਤਮਾ ਦਾ ਨਾਂ ਲੈਣ ਕਰਕੇ। ਗਣਨ ਨਾ ਜਾਈ ਕੀਮ ਨਾ ਪਾਏ, ਗੁਰਮੁਖਾ ਗਿਣੇ ਨਹੀਂ ਜਾਂਦੇ ਤੇ ਨਾਮ ਪਰਮਾਤਮਾ ਦੇ ਨਾਮ ਦੀ ਕੀਮਤ ਪਾਈ ਜਾ ਸਕਦੀ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿੰਨਾ ਭਾਗ ਮਥਾਹੇ, ਸੇ ਨਾਨਕ ਹਬ ਰੰਗ ਮਾਣ ਦੋ। ਊਡਤ ਲੋਹ ਸਾਧ ਸੰਗ ਤਰੈ, ਜਿਵੇਂ ਭਾਈ ਆਪਾਂ ਲੋਹੇ ਦਾ ਕਿੱਲ ਸੁੱਟੀਏ, ਕੋਈ ਹੋਰ ਚੀਜ਼ ਸੁੱਟੀਏ ਤੇ ਡੁੱਬ ਜਾਂਦੀ ਹੈ ਨਾ, ਪਰ ਉਹ ਲੋਹੇ ਦੇ ਕਿੱਲ ਬੇੜੀ ਵਿੱਚ ਲੱਗੇ ਹੁੰਦੇ ਨੇ ਤੇ ਬੇੜੀ ਤਰੀ ਜਾਂਦੀ, ਲੋਹਾ ਤਰੀ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਹਾਂ ਤਾਂ ਲੋਹੇ ਵਰਗੇ, ਪਰ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੇ ਪਿਆਰੇ ਦੀ ਸੰਗਤ ਉਸ ਲੱਕੜ ਦੇ ਬੇੜੇ ਵਰਗੀ ਹੈ। ਜਿਵੇਂ ਲੱਕੜ ਦੇ ਬੇੜੇ ਕਰਕੇ ਲੋਹਾ ਤਰ ਗਿਆ, ਇਸੇ ਪ੍ਰਕਾਰ ਸਤ ਸੰਗਤ ਰੂਪੀ ਬੇੜੇ ਦੇ ਨਾਲ ਜਿਹੜਾ ਸਾਡਾ ਮਨ ਲੋਹੇ ਵਰਗਾ ਭਾਰਾ ਨਾ, ਗਲਤੀਆਂ ਕਰਕੇ ਇਹ ਬੰਨੇ ਹੋ ਜਾਏਗਾ, ਤਰ ਜਾਏਗਾ। ਨਾਨਕ ਜਿਸਹਿ ਪ੍ਰਾਪਤ ਕਰੈ, ਪਰ ਗੁਰਮੁਖਾ ਗੱਲ ਤੇਰੀ ਮਿਹਨਤ ਨਾਲ ਨਹੀਂ,
ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ, ਜਿਹਨੂੰ ਇਹ ਦਾਤਾਂ ਪ੍ਰਾਪਤ ਹੋਈਆਂ, ਉਹ ਇਸ ਸੰਸਾਰ ਸਾਗਰ ਤੋਂ ਬੰਨੇ ਹੋਣਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ, ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ। ਕੌਣ ਕੌਣ ਉਦਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ। ਬੂਢਤ ਲੋਹ ਸਾਧ ਸੰਗ ਤਰੈ, ਨਾਨਕ ਜਿਸ ਹੈ ਪ੍ਰਾਪਤ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।